औज़ुबिल्लाहि बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतुल मुत्तक़ीन अस्सलातु वस्सलामु अला रसूलिल करीम। दोस्तों अस्सलामु अलैकुम। डॉक्टर नसीर कालो हाज़र CNP न्यूज़। दोस्तों एक क्लास हो रही सी स्कूल च। टीचर ने एक स्टूडेंट नू सारे स्टूडेंट जिहड़े बैठे सी उठाया और अपने कोल बुलाया। टीचर साहब खड़े सन तो स्टूडेंट भी नाल आके खड़ा हो गया। टीचर साहब ने इस तरह किया कि कंधे नाल ਉਹਦੇ ਕੰਧਿਆਂ ਦੇ ਉੱਤੇ ਆਪਣੇ ਹੱਥ ਦਾ ਦਬਾਅ ਪਾਉਣਾ ਸ਼ੁਰੂ ਕਰਤਾ ਦੋਨਾਂ ਹੱਥਾਂ ਦੇ ਨਾਲ। ਹੱਤਾ ਕਿ ਉਹ ਦਬਾਉਂਦਿਆਂ ਨਾ ਉਹ ਬੱਚਾ ਜਿਹੜਾ ਸੀ ਉਹ ਟੇੜਾ ਹੁੰਦਾ ਜਾਏ, ਥੱਲੇ ਨੂੰ ਜਾਂਦਾ ਜਾਏ, ਕੁੱਬਾ ਹੁੰਦਾ ਜਾਏ, ਠਾਹ ਨੂੰ ਜਾਂਦਾ ਜਾਏ ਤੇ ਨਾਲ ਨਾਲ ਉਸਤਾਦ ਸਾਹਿਬ ਵੀ ਠਾਹ ਨੂੰ ਜਾਂਦੇ ਜਾਣ। ਹੈ ਨਾ, ਐਸੇ ਹੀ ਹੁੰਦਾ ਨਾ। ਤੁਸੀਂ ਦੇਖਿਆ ਹੋਣਾ ਜ਼ਿੰਦਗੀ 'ਚ, ਨਵਾਜ਼ ਸਾਹਿਬ ਤੁਸੀਂ ਵੀ ਦੇਖਿਆ ਹੋਏਗਾ ਕਿ ਜਦੋਂ ਤੁਸੀਂ ਕਿਸੇ ਨੂੰ ਦਬਾਈ ਜਾਂਦੇ ਹੋ, ਕੋਈ ਚੀਜ਼ ਦਬਾਉਂਦੇ ਤਾਂ ਬੰਦਾ ਆਪ ਵੀ ਨਾਲ ਦੱਬੇਗਾ ਤਾਂ ਉਹ ਥਾਂ ਨੂੰ ਉਹਦੇ ਬਰਾਬਰ ਤੇ ਚੱਲਦਾ ਜਾਏਗਾ ਨਾ। ਅਲਟੀਮੇਟਲੀ ਉਹ ਬੱਚਾ ਥੱਲੇ ਬੈਠ ਗਿਆ ਤੇ ਉਸਤਾਦ ਹੁਣੇ ਵੀ ਥੱਲੇ ਪੂਰੇ ਦਾ ਪੂਰਾ ਬਹੁ ਕਰ ਗਏ, ਯਾਨੀ ਉਹ ਜੋ ਕਿ ਰਕੂ ਦੇ ਸੂਰਤ ਚਲੇ ਗਏ। ਉਸ ਤੋਂ ਬਾਅਦ ਉਹਨਾਂ ਨੇ ਬੱਚੇ ਨੂੰ ਉਠਾਇਆ। ਬੱਚਾ ਬੜਾ ਪਰੇਸ਼ਾਨ ਕਿ ਇਹਨਾਂ ਨੇ ਮੇਰੇ ਨਾਲ ਕੀ ਕੀਤਾ, ਔਰ ਕਲਾਸ ਵੀ ਸਾਰੀ ਹੈਰਾਨ ਕਿ ਇਹਨਾਂ ਨੇ ਮਾਸਟਰ ਸਾਹਿਬ ਨੇ ਬੱਚੇ ਨੂੰ ਕਿਉਂ ਕੀਤਾ ਇਸ ਤਰ੍ਹਾਂ। ਉਹਨਾਂ ਬੱਚੇ ਨੂੰ ਕਿਹਾ, ਲੈ ਬੇਟੇ ਤੂੰ ਵਾਪਸ ਜਾ ਕੇ ਆਪਣੀ ਕਲਾਸ 'ਚ ਆਪਣੀ ਸੀਟ ਤੇ ਬੈਠ ਜਾ। ਜਿਸ ਵੇਲੇ ਬੈਠ ਗਿਆ ਤਾਂ ਉਹਨੇ ਗੱਲ ਸ਼ੁਰੂ ਕੀਤੀ। ਉਸਤਾਦ ਸਾਹਿਬ ਨੇ ਉਹਨਾਂ ਫਰਮਾਇਆ ਕਿ ਦੇਖੋ, ਮੈਂ ਤੁਹਾਨੂੰ ਇੱਕ ਸਬਕ ਦੇਣਾ ਚਾਹ ਰਿਹਾ ਸਾਂ, ਔਰ ਸਬਕ ਇਹ ਆ ਕਿ ਅਗਰ ਤੁਸੀਂ ਕਿਸੇ ਨੂੰ ਨੀਚਾ ਦਿਖਾਉਣ ਦੀ ਖਾਤਰ, ਕਿਸੇ ਨੂੰ ਜ਼ਲੀਲ ਕਰਨ ਦੀ ਖਾਤਰ, ਕਿਸੇ ਨੂੰ ਦਬਾਉਣ ਦੀ ਖਾਤਰ, ਕਿਸੇ ਨੂੰ ਪਿੱਛੇ ਹਟਾਉਣ ਦੀ ਖਾਤਰ ਅਗਰ ਤੁਸੀਂ ਉੱਤੇ ਦਬਾਅ ਪਾਉਂਦੇ ਜਾਓਗੇ ਨਾ, ਉਹਨੂੰ ਦਬਾਉਂਦੇ ਜਾਓਗੇ, ਉਹ ਤੋਂ ਪ੍ਰੈਸ਼ਰਾਈਜ਼ ਕਰਦੇ ਜਾਓਗੇ, ਉਹਨੂੰ ਤੁਸੀਂ ਤੁੰਨੀ ਜਾਓਗੇ ਤੇ ਇੱਕ ਸਟੇਜ ਤੇ ਐਸੀ ਆ ਜਾਏਗੀ ਜਿੱਥੇ ਜਾ ਕੇ ਤੁਹਾਨੂੰ ਵੀ ਬਾਉ ਕਰਨਾ ਪਏਗਾ, ਤੁਹਾਨੂੰ ਵੀ ਉਨਾ ਹੀ ਝੁਕਣਾ ਪਏਗਾ ਜਿੰਨਾ ਅਗਲਾ ਝੁਕ ਗਿਆ ਸੀ। ਲਿਹਾਜ਼ਾ ਕਦੀ ਵੀ ਜ਼ਿੰਦਗੀ 'ਚ ਕਿਸੇ ਨੂੰ ਇੰਨਾ ਨਾ ਦਬਾਓ, ਇੰਨਾ ਨਾ ਤੁਸੀਂ ਜ਼ਲੀਲ ਕਰੋ, ਨਾ ਇੰਨਾ ਤੁਸੀਂ ਉਹਨੂੰ ਸ਼ਰਮਿੰਦਾ ਕਰੋ, ਨਾ ਉੱਤੇ ਇੰਨਾ ਜ਼ੁਲਮ ਕਰੋ ਕਿ ਉਹ ਤੁਹਾਨੂੰ ਵੀ ਨਾਲ ਲੈ ਕੇ ਬੈਠ ਜਾਏ। ਇਹ ਕਿਉਂ, ਇਹ ਇਹ ਗੱਲ ਜਿੰਨੀ ਵੀ ਹੈ ਇਹ ਸਾਰੀ ਦੁਨੀਆ ਤੇ ਐਪਲੀਕੇਬਲ ਆ ਔਰ ਮੇਰੇ ਮੁਲਕ ਤੇ ਵੀ ਐਪਲੀਕੇਬਲ ਆ। ਕਿਉਂ? ਅਗਰ ਤੁਸੀਂ ਆਵਾਮ ਨੂੰ ਦਬਾਈ ਜਾਓਗੇ, ਜਿੰਨਾ ਮਰਜ਼ੀ ਦਬਾਓ, ਲੇਕਿਨ ਇਸ ਦੀ ਬਜਾਏ ਕਿ ਤੁਹਾਡੀ ਇੱਜ਼ਤ ਹੋਵੇ ਹੁਕਮਰਾਨਾਂ ਦੀ, ਉਹ ਇੱਜ਼ਤ ਨਹੀਂ ਹੁੰਦੀ। ਉਹਨਾਂ ਨਾਲ ਤੁਸੀਂ ਵੀ ਜ਼ਲੀਲ ਹੋਣਾ ਜਿੰਨਾ ਆਵਾਮ ਨੇ ਜ਼ਲੀਲ ਹੋਣਾ। ਦੂਸਰਾ ਜਿਹੜਾ ਮੇਰਾ ਟੌਪਿਕ ਸੀ, ਗੱਲ ਕਰਨ ਦਾ ਮਸਲਾ ਸੀਗਾ ਜਾਂ ਮਿਸਾਲ ਸੀ, ਉਹ ਇਹ ਸੀ ਕਿ ਅਮਰੀਕਾ ਨੇ ਸਮਝਿਆ ਕਿ ਮੈਂ ਸਾਰੀ ਦੁਨੀਆ ਨੂੰ ਦਬਾਈ ਜਾਣਾ ਵਾ, ਮੈਂ ਇਹ ਕਰ ਜਾਣਾ, ਉਹ ਕਰਨਾ, ਲਿਆ ਕੇ ਬੇੜੇ ਸਾਹਮਣੇ ਖੜੇ ਕਰਨੇ ਤੇ ਝੁਕ ਜਾਂਦੇ ਨੇ ਲੋਕ, ਤਰਲੇ ਲੈਣ ਡਿਆ ਪੈਂਦੇ ਨੇ ਕਿ ਜੋ ਟਰੰਪ ਸਾਹਿਬ ਹੁਕਮ ਕਰੋਗੇ ਅਸੀਂ ਕਰਾਂਗੇ। ਤੇ ਜਦੋਂ ਈਰਾਨ ਸਾਹਮਣੇ ਆ ਕੇ ਖਲੋ ਗਿਆ ਨਾ, ਉਹਦੇ ਨਾਲ ਇਹ ਹੋਇਆ ਕਿ ਈਰਾਨ ਨੇ ਨੁਕਸਾਨ ਤੇ ਉਠਾਇਆ, ਚ ਕੋਈ ਸ਼ੱਕ ਨਹੀਂ ਹੈ। ਬੜੀ ਜਮਾ ਮਰਜ਼ੀ ਨਾਲ ਨੁਕਸਾਨ ਉਠਾਇਆ, ਬੜੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ, ਬੜੀ ਦਲੇਰੀ ਦੇ ਨਾਲ ਆਕੜ ਕੇ ਖੜੇ ਰਹੇ ਸਾਹਮਣੇ, ਔਰ ਬੜੀ ਜੁਰਤ ਨਾਲ ਔਰ ਸਬਰ ਨਾਲ ਮੁਕਾਬਲਾ ਕੀਤਾ। ਅਲਟੀਮੇਟਲੀ ਉਹਨਾਂ ਨੇ ਆਪਣਾ ਜਦੋਂ ਜ਼ੋਰ ਸ਼ੁਰੂ ਕਰਦਾ, ਪਹਿਲੇ ਤੇ ਇਹਨਾਂ ਦੇ ਹਮਲੇ ਹੁੰਦੇ ਰਹੇ ਨਾ ਈਰਾਨ ਤੇ, ਫਿਰ ਜਿਸ ਵੇਲੇ ਉਹਨਾਂ ਨੇ ਰੱਦੇ ਅਮਲ ਦਿਖਾਉਣਾ ਸ਼ੁਰੂ ਕੀਤਾ ਤੇ ਫਿਰ ਅਮਰੀਕਾ ਨੂੰ ਹੀ ਦੌੜ ਗਏ ਤੇ ਜਿੰਨੇ ਉਹਦੇ ਚਮਚੇ ਚਾਂਟੇ ਸੀ ਇਸ ਇਲਾਕੇ ਦੇ ਵਿੱਚ, ਉਹ ਵੀ ਸਾਰੇ ਰੋਣਾ ਸ਼ੁਰੂ ਹੋ ਗਏ ਸਣੇ ਇਸਰਾਈਲ ਦੇ, ਜਿਹੜਾ ਆਪਣੇ ਆਪ ਨੂੰ ਦੁਨੀਆ ਦਾ ਅਜ਼ੀਮ ਤਰੀਨ ਗੁੰਡਾ ਔਰ ਦਹਿਸ਼ਤਗਰਦ ਸਮਝਦਾ ਸੀ, ਉਹਨੇ ਵੀ ਰੋਣਾ ਸ਼ੁਰੂ ਕਰਤਾ। ਇਸ ਵਾਸਤੇ ਅਮਰੀਕਾ ਵਾਸਤੇ ਇੱਕ ਸਬਕ ਹੈ ਇਹਦੇ ਚ ਕਿ ਕਿਸੇ ਵੀ ਦੂਸਰੇ ਨੂੰ ਇੰਨਾ ਨਾ ਦਬਾਓ ਕਿ ਉਹ ਆਖਰ ਤੇ ਤੁਹਾਡੇ ਗਲ ਪੈ ਜਾਏ, ਔਰ ਜਦੋਂ ਤੁਹਾਡੇ ਗਲ ਪੈ ਜਾਏਗਾ ਨਾ, ਫਿਰ ਤੁਸੀਂ ਦੋ ਚਪੇੜਾ ਮਾਰੋਗੇ। ਤਗੜਾ ਤੇ ਮਾੜਾ ਬੰਦਾ ਲੜ ਪੈਂਦਾ ਨਾ, ਵੱਡਾ ਬੰਦਾ ਫਰਜ਼ ਕਰੋ ਦੋ ਚਪੇੜਾ ਮਾਰ ਲੇਗਾ ਤੇ ਛੋਟੇ ਨੇ ਜਿਹੜਾ ਇੱਕ ਮਾਰਨੇ ਨਾ ਥੱਲੇ ਰੱਖ ਕੇ ਇੱਕ ਕਿੱਕ ਮਾਰਨੀ ਆ, ਬਾਜ਼ ਕਤ ਉਹਦੇ ਨਾਲ ਉਹਦੇ ਹੀ ਕੰਮ ਹੋ ਜਾਂਦਾ। ਔਰ ਮੈਂ ਅਕਸਰ ਲੋਕ ਦੇਖੇ ਵੀ ਨੇ ਇਸ ਤਰ੍ਹਾਂ ਮਰ ਜਾਂਦੇ, ਜਿੰਨੇ ਮਾੜੇ ਨੇ ਕਿੱਕ ਮਾਰੀ ਥੱਲੇ ਉਹਨੂੰ ਕਿੱਕ ਵੱਜੀ ਤੇ ਉਹ ਗਾਂ ਗਿਆ, ਅਗਲੇ ਜਹਾਨ ਗਿਆ। ਉਹ ਹਾਲ ਹੋ ਰਿਹਾ ਨਾ ਅਮਰੀਕਾ ਦਾ। ਇਸ ਵਾਸਤੇ ਸਦਰ ਟਰੰਪ ਸਾਹਿਬ ਨੂੰ ਆਪਣਾ ਵਕਤ, ਸਿਰਫ ਆਪਣਾ ਵਕਤ ਨਹੀਂ ਦੇਖਣਾ ਚਾਹੀਦਾ, ਬਲਕਿ ਉਹਨਾਂ ਨੂੰ ਦੂਸਰਿਆਂ ਵੱਲ ਵੀ ਖਿਆਲ ਰੱਖਣਾ ਚਾਹੀਦਾ ਕਿ ਦੁਨੀਆ ਵਿੱਚ ਸਿਰਫ ਅਮਰੀਕਾ ਹੀ ਅਮਰੀਕਾ ਨਹੀਂ ਹੈ, ਬਲਕਿ ਹੋਰ ਵੀ ਬਹੁਤ ਸਾਰੇ ਨੇ, ਹੋਰ ਵੀ ਬਹੁਤ ਸਾਰੇ ਮੁਲਕ ਨੇ ਜਿਹੜੇ ਅਕਵਾਮ ਮੁਤੱਹਦਾ ਦੇ ਮੈਂਬਰ ਵੀ ਨੇ, ਔਰ ਉਹਨਾਂ ਦੇ ਕੁਝ ਹਕੂਕ ਉਹਨਾਂ ਨੂੰ ਹਾਸਲ ਨੇ। ਸਿਰਫ ਫਰਾਇਜ਼ ਹੀ ਨਹੀਂ ਹੈ ਕਿ ਉਹ ਤਾਬੇਦਾਰੀ ਤੇਰੇ ਕਰ ਰਹੇ, ਬਲਕਿ ਉਹਨਾਂ ਦੇ ਹਕੂਕ ਵੀ ਨੇ ਜਿਹੜੇ ਈਰਾਨ ਜਿਸ ਤਰ੍ਹਾਂ ਈਰਾਨ ਨੇ ਪੂਰਾ ਕੀਤਾ। ਔਰ ਈਰਾਨ ਦੀ ਫਿਰ ਮੈਂ
ਸਲੂਟ ਕਰਨਾ ਈਰਾਨ ਨੂੰ ਔਰ ਈਰਾਨੀਆਂ ਨੂੰ ਕਿ ਜਿਨ੍ਹਾਂ ਨੇ ਇੱਕ ਮਗਰੂਰ ਔਰ ਤਕੱਬਰ ਅਮਰੀਕਾ ਦਾ ਗਰੂਰ ਵੀ ਖਤਮ ਕਰਤਾ, ਤਕੱਬਰ ਵੀ ਖਤਮ ਕਰਤਾ। ਤੇ ਹੁਣ ਜੋ ਮਰਜ਼ੀ ਉਹ ਕਰਦਾ ਫਿਰੇ। ਹੁਣ ਅਮਰੀਕਾ ਨਾਲ ਇਹ ਹੋਇਆ ਵਾ, ਜਿਸ ਤਰ੍ਹਾਂ ਅਮਰੀਕਾ ਔਰ ਇਸਰਾਇਲ ਦੋਨਾਂ ਨੇ, ਬਲਕਿ ਕਿ ਜਿਸ ਤਰ੍ਹਾਂ ਸੱਪ ਦੀ ਡੰਗੋਰੀ ਵੱਜੀ ਹੋਵੇ ਨਾ, ਤੇ ਫਿਰ ਉਹ ਵਿਸ ਘੋਲਦਾ ਫਿਰਦਾ ਹੈ, ਇਸ ਤਰ੍ਹਾਂ ਕਰਦਾ ਫਿਰਦਾ ਕਿ ਮੈਂ ਹੁਣ ਦੰਦੀ ਕਿਸ ਤਰ੍ਹਾਂ ਵੱਢਾਂ। ਉਹਦੇ ਕੋਲ ਕੋਈ ਦੰਦੀ ਨਹੀਂ ਵੱਢੀ ਜਾਣੀ ਮੁੜ ਕੇ, ਕਿਉਂਕਿ ਉਹਦੇ ਲੱਕ ਟੁੱਟ ਗਿਆ ਹੁੰਦਾ। ਇਸੇ ਤਰ੍ਹਾਂ ਅਮਰੀਕਾ ਰੂਸ ਦਾ ਅੱਧ ਪਚੱਦਾ ਲੱਕ ਟੁੱਟ ਗਿਆ ਵਾ। ਹੁਣ ਜੋ ਮਰਜ਼ੀ ਕਰਦੇ ਜਾਣ, ਈਰਾਨ ਨੂੰ ਨਾ ਕੁਝ ਨਹੀਂ ਕਰ ਸਕਣਾ। ਔਰ ਈਰਾਨ ਨੇ ਜੋ ਬਹਾਦਰੀ ਦਿਖਾਤੀ ਸਾਡੇ ਵਾਸਤੇ ਬਹੁਤ ਬੜਾ ਸਬਕ ਆ। ਔਰ ਫਿਰ ਮੈਂ ਗੁਜ਼ਾਰਿਸ਼ ਕਰਾਂਗਾ ਮੁਸਲਿਮ ਦੁਨੀਆ ਅੱਗੇ ਕਿ ਜਿੰਨੇ ਵੱਡੇ ਵੱਡੇ ਮੁਲਕ ਨੇ ਇਸਲਾਮੀ ਮੁਲਕ, ਉਹਨਾਂ ਨੂੰ ਚਾਹੀਦਾ ਜ਼ਰੂਰ ਐਟਮੀ ਤਾਕਤ ਬਣਨ। ਇਸ ਵਾਸਤੇ ਬਣਨ ਕਿ ਇਹ ਦੁਨੀਆ ਸਿਰਫ ਜੰਗਲ ਦਾ ਰਾਜ ਹੈ। ਇੱਥੇ ਇੱਥੇ ਉਹਦੀ ਹੀ ਇੱਜ਼ਤ ਕਰਨਗੇ, ਉਹਦਾ ਹੀ ਕਹਿਣਾ ਮੰਨਣਗੇ, ਉਹਦੇ ਨਾਲ ਹੀ ਜ਼ੁਲਮ ਨਹੀਂ ਕਰਨਗੇ। ਜਿਨ੍ਹਾਂ ਕੋ ਅੱਗੇ ਤਾਕਤ ਹੋਏਗੀ ਮੂੰਹ ਤੋੜ ਜਵਾਬ ਦੇਣਗੇ, ਜਿਸ ਤਰ੍ਹਾਂ ਈਰਾਨ ਨੇ ਦਿੱਤਾ। ਅੱਲਾਹ ਹਾਫਿਜ਼, ਅਸਲਾਮ ਅਲੈਕੁਮ।